ਪ੍ਰਾਕਥਨ। ਇਸ ਸ਼ਬਦ ਵਿੱਚ ਸਦਾ ਪਤੀ ਨਾਲ ਰਤੀ ਸੁਹਾਗਣ ਦੇ ਰੂਪਕ ਵਿੱਚ ਗੁਰਮੁਖ ਦਾ ਵਰਣਨ ਹੈ ਤੇ ਆਪ ਨੂੰ ਵਿਛੜੀ ਹੋਈ ਬਿਰਹਣੀ ਦੇ ਰੂਪਕ ਵਿੱਚ ਦੱਸ ਕੇ ਆਪਣੇ ਦੁਆਰਾ ਜਗਿਆਸੂ ਦੀ ਜਾਚਨਾ ਦੱਸੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵਹਿ ਆਪਣਾ, ਹਉ ਕੈ ਦਰ ਪੂਛੋ ਜਾਇ। ਇੱਕ ਸੁਹਾਗਵੰਤੀਆਂ ਆਪਣੇ ਪਤੀ ਨੂੰ ਮਾਣਦੀਆਂ ਹਨ, ਪਰ ਮੈਨੂੰ ਮੇਲ ਪ੍ਰਾਪਤ ਨਹੀਂ, ਦੱਸੋ ਮੈਂ ਕਿਸ ਦੇ ਬੂਹੇ ਜਾ ਕੇ ਪਤੀ ਮਿਲਾਪ ਦਾ ਰਸਤਾ ਪੁੱਛਾਂ। ਭਾਵ ਇਹ ਕਿ ਇੱਕ ਗੁਰਮੁਖ ਆਪਣੇ ਪਤੀ ਸੁਆਮੀ ਵਾਹਿਗੁਰੂ ਨੂੰ ਮਿਲੇ ਹੋਏ ਉਸ ਦੇ ਮਿਲਾਪ ਦਾ ਸਵਾਦ ਮਾਣਦੇ ਹਨ। ਮੈਂ ਕਿਸ ਗੁਰਮੁਖ ਦੇ ਦੁਆਰੇ ਜਾ ਕੇ ਵਾਹਿਗੁਰੂ ਮਿਲਾਪ ਦੀ ਜੁਗਤ ਪੁੱਛਾਂ। ਸਤਿਗੁਰ ਸੇਵੀ ਭਾਉ ਕਰ, ਮੈਂ ਪਿਰ ਦੇਹੋ ਮਿਲਾਇ। ਆਪੇ ਹੀ ਵਿਚਾਰ ਕਰਦੇ ਹਨ, ਸਤਿਗੁਰੂ ਤੋਂ ਵੱਡਾ ਕੌਣ ਹੈ। ਇਸ ਲਈ ਮੈਂ ਉਸ ਦੀ ਪ੍ਰੇਮ ਨਾਲ ਸੇਵਾ ਕਰਾਂ, ਉਹ ਮੈਨੂੰ ਪਰਮੇਸ਼ਰ ਸੁਆਮੀ ਮਿਲਾ ਦੇਵੇਗਾ। ਸਭ ਉਪਾਏ ਆਪੇ ਵੇਖੈ, ਕਿਸ ਨੇੜੈ ਕਿਸ ਦੂਰ। ਜਦ ਮੈਂ ਪੁੱਛਿਆ ਤਾਂ ਗੁਰੂ ਨੇ ਮੈਨੂੰ ਦੱਸਿਆ ਕਿ ਸਾਰੇ ਜੀਵ ਵਾਹਿਗੁਰੂ ਨੇ ਆਪ ਪੈਦਾ ਕੀਤੇ ਹਨ, ਆਪੇ ਸਭ ਦੀ ਸੰਭਾਲ ਕਰਦਾ ਹੈ, ਪਰ ਕਿਸੇ ਨੂੰ ਉਹ ਨੇੜੇ ਹੁੰਦਾ ਹੈ ਤੇ ਕਿਸੇ ਨੂੰ ਦੂਰ ਹੁੰਦਾ ਹੈ। ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ। ਕਿਸ ਨੂੰ ਨੇੜੇ ਹੁੰਦਾ ਹੈ। ਜੇ ਪਤੀ ਨੂੰ ਆਪਣੇ ਅੰਗ ਸੰਗ ਜਾਣਦੀ ਹੈ ਤੇ ਉਸ ਦੇ ਸਦਾ ਹਾਜ਼ਰਾ ਹਜ਼ੂਰ ਰਹਿੰਦੀ ਹੈ, ਉਹ ਉਸ ਨੂੰ ਮਾਣਦੀ ਹੈ। ਭਾਵ ਇਹ ਕਿ ਜਿਸ ਨੇ ਸੁਆਮੀ ਪਰਮੇਸ਼ਰ ਨੂੰ ਅੰਗ ਸੰਗ ਜਾਣਿਆ, ਉਸ ਨੂੰ ਉਹ ਸਦਾ ਹਾਜ਼ਰਾ ਹਜ਼ੂਰ ਹੁੰਦਾ ਹੈ ਤੇ ਉਹ ਸਦਾ ਉਸ ਦਾ ਮੇਲ ਰਸ ਮਾਣਦਾ ਹੈ। ਮੁੰਦੇ ਤੂੰ ਚੱਲ ਗੁਰ ਕੈ ਭਾਇ, ਇਸ ਲਈ ਹੇ ਜਗਿਆਸੂ ਤੂੰ ਗੁਰੂ ਦੇ ਭਾਣੇ ਵਿੱਚ ਤੁਰ। ਅਨ ਦਿਨ ਰਾਵਹਿ ਪਿਰ ਆਪਣਾ, ਸਹਿਜੇ ਸੱਚ ਸਮਾਇ ਰਹਾਉ। ਫਿਰ ਤੂੰ ਦਿਨੇ ਰਾਤ ਆਪਣੇ ਸੁਆਮੀ ਪਰਮੇਸ਼ਰ ਦਾ ਮੇਲ ਰਸ ਮਾਣੇਗਾ ਤੇ ਸਹਿਜੇ ਹੀ ਉਸ ਸਤ ਸਰੂਪ ਵਿੱਚ ਸਮਾ ਜਾਵੇਂਗਾ। ਰਹਾਉ। ਸ਼ਬਦ ਰਤੀਆ ਸੁਹਾਗਣੀ, ਸੱਚੈ ਸ਼ਬਦ ਸਿਗਾਰ। ਜੋ ਗੁਰੂ ਦੇ ਦਿੱਤੇ ਸ਼ਬਦ ਵਿੱਚ ਰਚ ਰਹੇ ਹਨ ਤੇ ਸੱਚੇ ਸ਼ਬਦ ਨਾਲ ਜਿਨ੍ਹਾਂ ਦਾ ਪਿਆਰ ਹੈ, ਉਹ ਗੁਰਮੁਖ ਹਨ। ਹਰ ਵਰ ਪਾਇਨ ਘਰ ਆਪਣੈ, ਗੁਰ ਕੈ ਹੇਤ ਪਿਆਰ। ਆਪਣੇ ਅੰਤఃਕਰਨ ਰੂਪੀ ਘਰ ਵਿੱਚ ਹੀ ਹਰੀ ਰੂਪੀ ਸੁਆਮੀ ਨੂੰ ਪਾ ਲੈਂਦੇ ਹਨ, ਪਰ ਇਹ ਪ੍ਰਾਪਤੀ ਗੁਰੂ ਨਾਲ ਕੀਤੇ ਪਿਆਰ ਤੇ ਗੁਰੂ ਦੇ ਜਗਿਆਸੂ ਨਾਲ ਕੀਤੇ ਹਿਤ ਦੁਆਰਾ ਪ੍ਰਾਪਤ ਹੁੰਦੀ ਹੈ। ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ। ਉਹਨਾਂ ਦਾ ਮਨ ਸੁੰਦਰ ਹੋ ਗਿਆ ਹੈ, ਹਰੀ ਉਹਨਾਂ ਦੇ ਮਨ ਵਿੱਚ ਪ੍ਰੇਮ ਨਾਲ ਰਵ ਰਿਹਾ ਹੈ। ਉਹਨਾਂ ਦੇ ਤਨ ਮਨ ਇੰਦਰੈ ਰੂਪੀ ਭੰਡਾਰੇ ਈਸ਼ਵਰ ਭਗਤੀ ਨਾਲ ਭਰੇ ਰਹਿੰਦੇ ਹਨ। ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸਹਿ ਦੇ ਆਧਾਰ। ਹਾਂ, ਉਹ ਪਿਆਰਾ ਪ੍ਰਭੂ ਉਹਨਾਂ ਦੇ ਮਨ ਵਿੱਚ ਵਸਦਾ ਹੈ, ਜੋ ਸਭ ਕਿਸੇ ਨੂੰ ਆਸਰਾ ਦਿੰਦਾ ਹੈ। ਪਿਰ ਸਾਲਾਹਣ ਆਪਣਾ, ਤਿਨ ਕੈ ਹਉ ਸਦ ਬਲਿਹਾਰੈ ਜਾਉ। ਜੋ ਆਪਣੇ ਸੁਆਮੀ ਪਰਮੇਸ਼ਰ ਨੂੰ ਸਲਾਹੁੰਦੀਆਂ ਹਨ, ਉਹਨਾਂ ਦੇ ਮੈਂ ਸਦਾ ਸਦਕੇ ਹੁੰਦਾ ਰਹਾਂ। ਮਨ ਤਨ ਅਰਪੇ ਸਿਰ ਦੇਈ, ਤਿਨ ਕੈ ਲਾਗਾ ਪਾਇ। ਇਹਨਾਂ ਕੇ ਮਨ ਤੇ ਤਨ ਉਹਨਾਂ ਦੀ ਭੇਟਾ ਚੜਾ ਦਿਆਂ ਤੇ ਸਿਰ ਵੀ ਦੇ ਦਿਆਂ, ਭਾਵ ਹੰਕਾਰ ਦੂਰ ਕਰਦਿਆਂ ਤੇ ਉਹਨਾਂ ਦੇ ਚਰਨੀ ਲੱਗਾ। ਜਿਨੇ ਇੱਕ ਪਛਾਣਿਆ, ਦੂਜਾ ਭਾਉ ਚੁਕਾਏ। ਹਾਂ, ਜਿਨ੍ਹਾਂ ਨੇ ਇੱਕ ਵਾਹਿਗੁਰੂ ਨੂੰ ਪਛਾਣ ਲਿਆ ਹੈ ਤੇ ਦੁਤੀਆ ਭਾਉ ਦੂਰ ਕਰ ਦਿੱਤਾ ਹੈ, ਭਾਵ ਵਾਹਿਗੁਰੂ ਨਾਲ ਇਕਮਿਕ ਹੋ ਗਏ ਹਨ, ਦੁਜੈਗੀ ਦਾ ਭਾਵ ਨਹੀਂ ਰਿਹਾ। ਗੁਰਮੁਖ ਨਾਮ ਪਛਾਣੀਐ, ਨਾਨਕ ਸੱਚ ਸਮਾਏ।
ਉਸ ਗੁਰੂ ਦੁਆਰਾ ਨਾਮ ਪਛਾਣੀਦਾ ਹੈ। ਹੇ ਨਾਨਕ, ਤਦ ਸਤ ਸਰੂਪ ਵਿੱਚ ਸਮਾ ਜਾਈਦਾ ਹੈ। ਵਿਆਖਿਆ ਸੁਗਮ ਹੈ। ਨਿਰੁਕਤ ਰਾਵਹਿ ਦਾ ਭਾਵ ਮਾਣਦੀਆਂ ਹਨ। ਮੁੰਦੇ ਹੇ ਇਸਤਰੀ ਭਾਵ ਜਗਿਆਸੂ ਤੋਂ ਹੈ। ਸ਼ਬਦ ਰਤੀਆ ਦਾ ਭਾਵ ਹੈ ਨਾਮ ਵਿੱਚ ਰੰਗੇ ਹੋਏ ਨਾਮ ਪ੍ਰੇਮੀ। ਸੇਜ ਦਾ ਭਾਵ ਹੈ ਮੁਰਾਦ ਮਨ ਤੋਂ ਹੈ। ਜਿੱਥੇ ਮਾਲਕ ਵਾਹਿਗੁਰੂ ਦੇ ਨਾਮ ਨੇ ਵਾਸਾ ਪਾਉਣਾ ਹੈ ਜਾਂ ਵਾਹਿਗੁਰੂ ਨੇ ਜਗਿਆਸੂ ਮਨ ਨੂੰ ਮੰਨਣਾ ਹੈ। ਭੰਡਾਰ ਦਾ ਭਾਵ ਹੈ ਖਜ਼ਾਨਾ। ਇੱਥੇ ਭਾਵ ਤਨ ਮਨ ਤੇ ਇੰਦਰੀ ਰੂਪੀ ਭੰਡਾਰੇ ਹਨ। ਪ੍ਰਾਕਥਨ ਇਸ ਸ਼ਬਦ ਵਿੱਚ ਦੱਸਿਆ ਹੈ ਕਿ ਸਤ ਸਰੂਪ ਹਸਤੀ ਕੇਵਲ ਵਾਹਿਗੁਰੂ ਜੀ ਦੀ ਹੈ। ਹੋਰ ਉਸ ਤੁਲ ਕੋਈ ਨਹੀਂ। ਸਭ ਉਸ ਦੇ ਹੁਕਮ ਵਿੱਚ ਹਨ। ਸ੍ਰੀ ਰਾਗ ਮਹੱਲਾ ਤੀਜਾ। ਹਰਿ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੇ ਚੀਰੈ। ਹੇ ਹਰੀ ਜੀਓ, ਸਤ ਸਰੂਪ ਸੱਚਾ ਭਾਵ ਸਦਾ ਰਹਿਣੇ ਵਾਲਾ ਕੇਵਲ ਇੱਕ ਤੂੰ ਹੈ ਤੇ ਸਾਰਾ ਕੁਝ ਤੇਰੇ ਵਸੀਕਾਰ ਵਿੱਚ ਹੈ। ਇਸ ਕਰਕੇ ਸदैवी ਸੁਖ ਤੈਨੂੰ ਮਿਲ ਕੇ ਹੀ ਹੋ ਸਕਦਾ ਹੈ। ਲੱਖ 84 ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੈ। ਪਰੰਤੂ ਲੋਕੀ 84 ਲੱਖ ਜੂਨਾਂ ਵਿੱਚ ਫਿਰਦੇ ਤਰਸਦੇ ਹੀ ਰਹੇ, ਕਿਉਂਕਿ ਉਹ ਹਰ ਜਨਮ ਵਿੱਚ ਗੁਰੂ ਪੀਰ ਮੇਲ ਤੋਂ ਵਿਰਵੇ ਰਹੇ। ਹਰ ਜੀਉ ਬਖਸ਼ੇ ਬਖਸ਼ ਲਏ, ਸੂਖ ਸਦਾ ਸਰੀਰੈ। ਹਰ ਜੀਉ ਉਹਨਾਂ ਦੇ ਪਾਪ ਬਖਸ਼ ਲੈਂਦਾ ਹੈ ਤੇ ਬਖਸ਼ ਦਿੰਦਾ ਹੈ ਸदैवी ਸੁਖ ਉਹਨਾਂ ਦੇ ਮਨ ਤੇ ਸਰੀਰ ਨੂੰ। ਗੁਰ ਪ੍ਰਸਾਦੀ ਸੇਵ ਕਰੀ, ਸਚ ਗਹਿਰ ਗੰਭੀਰੈ। ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਸਤ ਸਰੂਪ ਤੇ ਗਹਿਰ ਗੰਭੀਰ ਹਰੀ ਦੀ ਸੇਵਾ ਕੀਤੀ ਹੈ, ਮਨ ਮੇਰੇ ਨਾਮ ਰਤੇ ਸੁਖ ਹੋਏ। ਹੇ ਮੇਰੇ ਮਨ, ਉਸ ਦੇ ਨਾਮ ਵਿੱਚ ਰਚਿਆ ਸदैवी ਸੁਖ ਹੁੰਦਾ ਹੈ। ਗੁਰਮਤਿ ਨਾਮ ਸਲਾਹੀਐ, ਦੂਜਾ ਅਵਰ ਨ ਕੋਇ। ਰਹਾਉ ਸੋ ਗੁਰੂ ਦੀ ਮਤ ਦੁਆਰਾ ਉਸ ਦੇ ਨਾਮ ਦੀ ਸਲਾਹੁਤ ਕਰੀਏ, ਜਿਸ ਜਿਹਾ ਦੂਜਾ ਹੋਰ ਕੋਈ ਨਹੀਂ ਹੈ। ਰਹਾਉ। ਪ੍ਰਸ਼ਨ ਫੇਰ ਜੀ ਧਰਮ ਰਾਜਾ ਦਾ ਵਸੀਕਾਰ ਵੀ ਤਾਂ ਹੈ ਨਰਕ ਸੁਰਗ ਘੱਲਣੇ ਦਾ। ਉੱਤਰ ਧਰਮ ਰਾਏ ਨੋ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਧਰਮ ਰਾਜਾ ਹੁਕਮ ਵਿੱਚ ਹੈ। ਉਸ ਨੂੰ ਹੁਕਮ ਹੈ ਕਿ ਤੂੰ ਧਰਮ ਦੀ ਕੁਰਸੀ ਤੇ ਬੈਠ ਕੇ ਸੱਚਾ ਨਿਆਂ ਵਿਚਾਰ ਕਰ। ਦੂਜੈ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਜੇ ਕੋਈ ਵਾਹਿਗੁਰੂ ਤੋਂ ਵਿਰਵਾ ਦੂਜੇ ਭਾਅ ਵਿੱਚ ਹੈ ਤੇ ਜੋ ਦੁਸ਼ਟ ਆਤਮਾ ਹੈ, ਉਸ ਉੱਤੇ ਤੇਰੀ ਹਕੂਮਤ ਹੈ। ਅਧਿਆਤਮੀ ਹਰ ਗੁਣ ਤਾਸ ਮਨ, ਜਪਹਿ ਏਕ ਮੁਰਾਰ। ਪਰ ਜੋ ਆਤਮ ਗਿਆਨੀ ਹਨ ਤੇ ਗੁਣਾਂ ਦਾ ਸਮੂਹ ਹਰੀ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ, ਹਾਂ ਜੋ ਇੱਕ ਹਰੀ ਨੂੰ ਰਸਨਾ ਦੁਆਰੇ ਜਪਦੇ ਹਨ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਉਹਨਾਂ ਦੀ ਤਾਂ ਧਰਮ ਰਾਏ ਸੇਵਾ ਕਰਦਾ ਹੈ। ਹਾਂ, ਧਨ ਹੈ ਉਹਨਾਂ ਨੂੰ ਸਵਾਰ ਲੈਣ ਵਾਲਾ ਵਾਹਿਗੁਰੂ। ਪ੍ਰਸ਼ਨ ਅਧਿਆਤਮੀ ਕੀਕੂ ਬਣੀਦਾ ਹੈ। ਉੱਤਰ ਮਨ ਕੇ ਬੇਕਾਰ ਮਨ ਹੈ ਤਜੈ, ਮਨ ਚੂਕੈ ਮੋਹ ਅਭਿਮਾਨ। ਮਨ ਦੇ ਵਿਕਾਰ ਮਨ ਤੋਂ ਦੂਰ ਕਰੇ, ਅਰਥਾਤ ਮਨ ਵਿੱਚੋਂ ਮੋਹ ਤੇ ਹੰਕਾਰ ਦੂਰ ਹੋ ਜਾਣ। ਆਤਮ ਰਾਮ ਪਛਾਣਿਆ, ਸਹਜੇ ਨਾਮ ਸਮਾਨ। ਫਿਰ ਆਤਮ ਰਾਮ ਭਾਵ ਆਪਾ ਪਛਾਣ ਹੋ ਜਾਂਦਾ ਹੈ ਤੇ ਸਹਜੇ ਹੀ ਨਾਮੀ ਅਰਥਾਤ ਪ੍ਰਮਾਤਮਾ ਵਿੱਚ ਸਮਾਈ ਹੋ ਜਾਂਦੀ ਹੈ। ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ। ਪਰੰਤੂ ਇਹ ਉੱਪਰ ਦੱਸੀ ਨਾਮੀ ਵਿੱਚ ਸਮਾਈ ਦੀ ਅਵਸਥਾ ਅਰਥਾਤ ਮੁਕਤੀ ਬਿਨਾਂ ਸਤਿਗੁਰੂ ਦੇ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਵੀ ਹੋਣਾ ਮਨਮੁਖ ਸ਼ੁਦਾਈ ਹੋਇਆ ਫਿਰਦਾ ਹੈ।
ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਵੇਖਿਆ ਮਾਹਿ ਸਮਾਨ। ਭਾਵੇਂ ਉਹ ਜ਼ੁਬਾਨੀ ਗੱਲਾਂ ਗਿਆਨ ਦੀਆਂ ਕਰਦਾ ਹੈ, ਪਰ ਉਹ ਗੁਰੂ ਦੇ ਸ਼ਬਦ ਨੂੰ ਨਹੀਂ ਸਮਝਦਾ ਤੇ ਵਿਕਾਰਾਂ ਵਿੱਚ ਰਚਿਆ ਰਹਿੰਦਾ ਹੈ। ਹੁਣ ਗੁਰਮੁਖ ਦੀ ਦ੍ਰਿਸ਼ਟੀ ਵਰਣਨ ਕਰਦੇ ਹਨ। ਸਭ ਕਿਛ ਆਪੇ ਆਪ ਹੈ, ਦੂਜਾ ਅਵਰ ਨਾ ਕੋਇ। ਪ੍ਰਭੂ ਸਭ ਕੁਛ ਆਪ ਹੈ ਤੇ ਆਪੇ ਹੈ, ਦੂਜਾ ਹੋਰ ਕੋਈ ਨਹੀਂ ਹੈ। ਜਿਉ ਬੋਲਾਏ ਤਿਉ ਬੋਲੀਐ, ਜਾ ਆਪ ਬੁਲਾਏ ਸੋਇ। ਜਿਵੇਂ ਉਹ ਬੁਲਾਉਂਦਾ ਹੈ ਤਿਵੇਂ ਬੋਲੀਦਾ ਹੈ, ਤੇ ਉਦੋਂ ਬੋਲੀਦਾ ਹੈ ਜਦੋਂ ਉਹ ਆਪ ਬੁਲਾਉਂਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਇ। ਇਸ ਕਰਕੇ ਗੁਰਮੁਖ ਦੀ ਬਾਣੀ ਬ੍ਰਹਮ ਸਰੂਪ ਹੈ। ਉਸ ਦੇ ਸ਼ਬਦ ਉਪਦੇਸ਼ ਬਾਣੀ ਦੁਆਰਾ ਬ੍ਰਹਮ ਦਾ ਮਿਲਾਪ ਹੁੰਦਾ ਹੈ। ਨਾਨਕ ਨਾਮ ਸਮਾਲ ਤੂੰ, ਜਿਤ ਸੇਵਿਐ ਸੁਖ ਹੋਇ। ਉਹ ਜਗਿਆਸੂ ਨੂੰ ਨਾਮ ਦਾ ਉਪਦੇਸ਼ ਕਰਦਾ ਹੈ। ਸੋ ਹੇ ਨਾਨਕ, ਤੂੰ ਨਾਮ ਨੂੰ ਸੰਭਾਲ, ਜਿਸ ਦੀ ਸੇਵਾ ਕਰਨੇ ਕਰਕੇ ਸदैवी ਸੁਖ ਹੁੰਦਾ ਹੈ। ਵਿਆਖਿਆ। ਜਾਪਦਾ ਹੈ ਕਿਸੇ ਪੁਰਖ ਨੇ, ਜੋ ਕਰਮ ਨੂੰ ਸਬਲ ਤੇ ਕਰਮਾਂ ਦੇ ਤੁੱਲ ਤੇ ਫਲ ਦੇਨਹਾਰ ਧਰਮ ਰਾਏ ਨੂੰ ਪ੍ਰਬਲ ਸਮਝਦਾ ਸੀ। ਗੁਰੂ ਸਾਹਿਬ ਨਾਲ ਕੁਛ ਇਸ ਵਿਸ਼ੇ ਤੇ ਗੱਲਾਂ ਕੀਤੀਆਂ ਹਨ। ਉਸ ਨੂੰ ਜੋ ਉਪਦੇਸ਼ ਗੁਰੂ ਜੀ ਨੇ ਦਿੱਤਾ, ਸੋ ਸਰਬਕਾਲੀ ਹੋਣ ਲਈ ਇਸ ਸ਼ਬਦ ਵਿੱਚ ਅੰਕਿਤ ਹੈ। ਆਪ ਧਰਮ ਰਾਜ ਨੂੰ ਪ੍ਰਬਲ ਨਹੀਂ ਮੰਨਦੇ, ਕਿਉਂਕਿ ਉਹ ਕੀਤਾ ਹੋਇਆ ਹੈ ਤੇ ਹੁਕਮ ਦੇ ਅੰਦਰ ਵਰਤਣ ਵਾਲਾ ਹੈ। ਉਹ ਸਦਾ ਥਿਰ ਨਹੀਂ, ਸਤ ਸਰੂਪ ਨਹੀਂ। ਇਸ ਕਰਕੇ ਪਹਿਲੀ ਸਤਰ ਵਿੱਚ ਹੀ ਹਰ ਜੀਉ ਅਰਥਾਤ ਅਕਾਲ ਪੁਰਖ ਨੂੰ ਸਦਾ ਸਤ ਸਰੂਪ ਰਹਿਣ ਵਾਲਾ ਕਹਿ ਕੇ ਸਭ ਗੁਪਤ ਪ੍ਰਗਟ ਰਚਨਾ ਪਰ ਪ੍ਰਬਲ ਵਰਣਨ ਕੀਤਾ ਹੈ। ਸਭ ਕੁਝ ਉਸ ਦੇ ਅਖਤਿਆਰ ਵਿੱਚ ਹੈ। ਧਰਮ ਰਾਏ ਨੂੰ ਉਸ ਦੇ ਹੁਕਮ ਵਿੱਚ ਦੱਸਿਆ ਹੈ, ਤੇ ਉਸ ਨੂੰ ਵੀ ਧਰਮ ਨਿਆਂ ਕਰਨੇ ਦਾ ਹੁਕਮ ਹੈ। ਖੁੱਲ੍ਹ ਹੋਈ ਨਹੀਂ। ਫਿਰ ਉਸ ਦੀ ਹਕੂਮਤ ਹੇਠ ਕੇਵਲ ਉਹ ਦੱਸੇ ਹਨ ਜੋ ਦੁਸ਼ਟ ਹਨ, ਮੰਦ ਕਰਮੀ ਹਨ, ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇ ਮੋਹ ਮਾਇਆ ਵਿੱਚ ਤੇ ਦੁਤੀਆ ਵਿੱਚ ਗ੍ਰਸਤ ਹਨ। ਕਰਮ ਨੂੰ ਗੁਰੂ ਜੀ ਨੇ ਮੰਨਿਆ ਹੈ, ਪਰ ਉਸ ਨੂੰ ਸਬਲ ਤੇ ਅਟਲ ਨਹੀਂ ਮੰਨਿਆ। ਉਸ ਦੇ ਅਸਰ ਤੋਂ ਉਹ ਲੋਕ ਉੱਪਰ ਹਨ ਜੋ ਆਤਮ ਗਿਆਨੀ ਹਨ। ਉਹ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ, ਅਤੇ ਉਹ ਜੋ ਇੱਕ ਅਕਾਲ ਪੁਰਖ ਦਾ ਨਾਮ ਜਪਦੇ ਹਨ, ਅਰਥਾਤ ਬ੍ਰਹਮ ਗਿਆਨੀ ਤੇ ਭਗਤ ਧਰਮ ਰਾਏ ਦੀ ਹਕੂਮਤ ਹੇਠ ਨਹੀਂ ਹਨ। ਇਸ ਤੋਂ ਸਪਸ਼ਟ ਹੋ ਗਿਆ ਕਿ ਗੁਰੂ ਜੀ ਦੱਸ ਰਹੇ ਹਨ ਕਿ ਗਿਆਨ ਤੇ ਭਗਤੀ ਕਰਨੇ ਨਾਲ ਕਰਮ ਦੀ ਨਿਵਰਤੀ ਹੋ ਜਾਂਦੀ ਹੈ। ਕਰਮ ਦੀ ਸਬਲਤਾ ਤੇ ਪ੍ਰਬਲਤਾ ਨਹੀਂ ਰਹਿੰਦੀ। ਅੰਕ 3 ਤੋਂ ਫਿਰ ਗੁਰੂ ਜੀ ਇਸ ਭਗਤੀ ਤੇ ਗਿਆਨ ਅਵਸਥਾ ਦੀ ਪ੍ਰਾਪਤੀ ਦਾ ਰਾਹ ਦੱਸਦੇ ਹਨ। ਮਨ ਦੇ ਵਿਕਾਰਾਂ ਦਾ ਤਿਆਗਣਾ। ਜੋ ਪੁਰਸ਼ ਮਨ ਵਿੱਚ ਉਪਜਦੇ ਵਿਕਾਰ ਤਿਆਗ ਦਿੰਦਾ ਹੈ, ਉਸ ਦਾ ਸਰੀਰ ਤੇ ਇੰਦਰੀ ਵਿਕਾਰਾਂ ਵਿੱਚ ਖਚਿਤ ਹੋਣੋਂ ਆਪੇ ਬਚ ਜਾਂਦੇ ਹਨ। ਮਨ ਦੇ ਵਿਕਾਰ ਮਨ ਵਿੱਚ ਉੱਠਦੇ ਸਾਰ ਹੀ ਦੂਰ ਕਰ ਦੇਵੇ, ਫਿਰ ਇਹਨਾਂ ਵਿਕਾਰਾਂ ਦੇ ਕਾਰਨ ਹੰਕਾਰ ਤੇ ਮੋਹ ਨੂੰ ਮਨੋਂ ਦੂਰ ਕਰ ਦੇਵੇ। ਇਸ ਪ੍ਰਾਪਤੀ ਲਈ ਲੋੜ ਹੈ ਗੁਰੂ ਦੇ ਉਪਦੇਸ਼ ਦੀ। ਬਿਨ ਸਤਿਗੁਰ ਤੇ ਸ਼ਬਦ ਨਾ ਚੀਨੈ ਦੇ ਅਰਥ ਵਿਧੀ ਪੱਖ ਵਿੱਚ ਇਹ ਹਨ ਕਿ ਸਤਿਗੁਰੂ ਨੂੰ ਪ੍ਰਾਪਤ ਹੋ ਕੇ ਉਸ ਦੇ ਉਪਦੇਸ਼ ਨੂੰ ਸਮਝੇ ਤੇ ਤੁਰੇ। ਗੁਰੂ ਨੇ ਨਾਮ ਦੇਣਾ ਹੈ, ਸੋ ਅੰਕ 4 ਵਿੱਚ ਦੱਸਿਆ, ਨਾਨਕ ਨਾਮ ਸੰਭਾਲ ਤੂੰ। ਇਹੋ ਗੱਲ ਰਹਾਉ ਵਿੱਚ ਦੱਸੀ ਹੈ, ਕਿਉਂਕਿ ਗੁਰਮੁਖ ਦੀ ਬਾਣੀ ਬ੍ਰਹਮ ਪ੍ਰਤਿਪਾਦਨ ਕਰਕੇ ਬ੍ਰਹਮ ਸਰੂਪ ਹੁੰਦੀ ਹੈ। ਉਸ ਦੇ ਸ਼ਬਦ ਕਰਕੇ ਬ੍ਰਹਮ ਦਾ ਮੇਲ ਹੋ ਜਾਂਦਾ ਹੈ। ਇਸ ਤਰ੍ਹਾਂ ਬ੍ਰਹਮ ਪ੍ਰਾਪਤੀ ਵਾਲਾ ਅਧਿਆਤਮੀ ਕੀ ਦੇਖਦਾ ਹੈ ਕਿ ਅਕਾਲ ਪੁਰਖ ਆਪ ਹੀ ਸਭ ਕੁਝ ਹੈ। ਉਸ ਦੇ ਆਪੇ ਤੋਂ ਸਭ ਕੁਝ ਹੋਇਆ ਹੈ ਤੇ ਸਭ ਕੁਝ ਉਸ ਦੇ ਆਪੇ ਦੇ ਵਸ ਵਿੱਚ ਹੈ। ਉਹੀ ਸਬਲ ਹੈ, ਉਹੀ ਪ੍ਰਬਲ ਹੈ, ਸਭ ਕੁਝ ਉਸ ਦੇ ਹੁਕਮ ਵਿੱਚ ਹੈ। ਨਿਰੁਕਤ। ਸੱਚ ਦਾ ਭਾਵ ਹੈ ਸਤ ਸਰੂਪ, ਜਿਸ ਦਾ ਵਜੂਦ ਹੀ ਸੱਚ ਹੈ। ਸੱਚਾ ਭਾਵ ਜੋ ਸਦਾ ਰਹੇ, ਤ੍ਰੈ ਕਾਲ ਅਬਾਦ ਰੂਪ।
ਚੀਰੈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਚੀਰੰ ਭਾਵ ਲਿਖਤ, ਕੱਪੜਾ, ਲਿਖਤ ਵਿੱਚ। ਜਿਸ ਤਰ੍ਹਾਂ ਧੁਰ ਫਾਟੇ ਚੀਰੇ, ਮਾਰੂ ਮਹੱਲਾ ਪਹਿਲਾ। ਅਸ਼ਟਪਦੀਆਂ। ਧੁਰ ਲੇਖੇ ਫਟ ਗਏ, ਲੇਖੇ ਵਿੱਚ ਹੁਕਮ ਵਿੱਚ। ਨੰਬਰ 2, ਫਾਰਸੀ ਵਿੱਚ ਚੀਰ, ਚੀਰ ਹੈ ਭਾਵ ਗਲਬ ਹੋਣਾ, ਹਿੱਸਾ, ਪ੍ਰਬਲਤਾ ਹੇਠ, ਵਸ ਵਿੱਚ, ਅਖਤਿਆਰ ਵਿੱਚ, ਬਲ, ਸ਼ਕਤੀ। ਜਿਸ ਤਰ੍ਹਾਂ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ, ਆਸਾ ਮਹੱਲਾ ਪਹਿਲਾ। ਕਿਤਨਾ ਕੋ ਬਲ ਹੈ, ਵਸੀਕਾਰ ਹੈ। ਹੱਦ ਬੰਨੇ ਵਿੱਚ ਵੀ ਚੀਰੇ ਦਾ ਅਰਥ ਹੁੰਦਾ ਹੈ। ਬਖਸ਼ ਲਏ ਦਾ ਭਾਵ ਹੈ ਪਾਪਾਂ ਦੇ ਫਲ ਭੋਗਣੋਂ ਬਖਸ਼ ਲਵੇ। ਬਖਸ਼ੇ ਦਾ ਭਾਵ ਹੈ ਕੋਈ ਸ਼ੈ ਦੇ ਦੇਵੇ। ਸੋ ਤੁਕ ਇਉਂ ਪੜੋ ਤਾਂ ਸਮਝ ਪੈ ਜਾਂਦੀ ਹੈ, ਬਖਸ਼ੇ ਸੂਖ ਸਦਾ ਸਰੀਰੈ। ਗਹਿਰ ਗੰਭੀਰੈ ਦਾ ਭਾਵ ਹੈ ਡੂੰਘੇ ਤੇ ਅਡੋਲ, ਡੂੰਘੇ ਵਗਣ ਵਾਲੇ ਦੀ। ਭਾਵ ਹੈ ਜਿਸ ਨੂੰ ਸਮਝ ਸਕਣਾ ਕਠਿਨ ਹੈ, ਜੋ ਗਹਿਰੇ ਵਗਦੇ ਪਾਣੀ ਵਾਂਗੂ ਅਡੋਲ ਹੈ, ਪਰ ਸੰਸਾਰ ਦੀ ਸਾਰੀ ਕਿਰਿਆ ਉਸ ਅਡੋਲਤਾ ਦੇ ਹੇਠ ਕਰ ਰਿਹਾ ਹੈ। ਸਰੀਰੈ ਦਾ ਭਾਵ ਹੈ ਸਰੀਰ ਵਿੱਚ। ਸਰੀਰ ਵਿੱਚ ਸੁੱਖ ਦੇਵੇਗਾ। ਸਰੀਰ ਵਿੱਚ ਹੀ ਮਨ ਵਸਦਾ ਹੈ, ਤਾਂ ਤੇ ਭਾਵ ਹੈ ਸਰੀਰ ਤੇ ਮਨ ਦੋਹਾਂ ਨੂੰ ਸੁੱਖ ਬਖਸ਼ੇਗਾ। ਧਰਮ ਰਾਏ ਦਾ ਭਾਵ ਹੈ ਧਰਮ ਨਿਆਂ ਕਰਨੇ ਵਾਲਾ ਦੇਵਤਾ। ਧਰਮ ਭਾਵ ਹੱਕ, ਨਿਆਂ, ਜਿਸ ਵਿੱਚ ਰੌ, ਰਿਆਇਤ, ਸਖਤੀ, ਜ਼ੁਲਮ ਕੋਈ ਨਾ ਹੋਵੇ, ਭਾਵ ਹੈ ਪੂਰਾ ਪੂਰਾ ਨਿਆਂ। ਦੁਸ਼ਟ ਆਤਮਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੁਸ਼ਟ ਆਤਮਾ, ਜਿਸ ਦਾ ਮਨ ਦੁਸ਼ਟਾਈ ਵਾਲਾ ਹੋਵੇ, ਜਿਸ ਦੇ ਕਰਮ ਹੀ ਖੋਟੇ ਨਾ ਹੋਣ, ਅੰਤঃਕਰਨ ਹੀ ਬੁਰੇ ਸੁਭਾਅ ਵਾਲਾ ਹੋ ਗਿਆ ਹੋਵੇ। ਅਧਿਆਤਮੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਧਿਆਤਮ ਭਾਵ ਆਤਮਾ, ਆਤਮ ਗਿਆਨ। ਪੰਜਾਬੀ ਪ੍ਰਤੇ ਆਤਮ ਗਿਆਨ ਵਾਲਾ। ਗੁਣ ਤਾਸ ਦਾ ਭਾਵ ਹੈ ਗੁਣਾਂ ਦਾ ਸਮੂਹ। ਤਾਸ ਦਾ ਅਰਥ ਉਸ ਦੇ ਵੀ ਲਾ ਲੈਂਦੇ ਹਨ। ਧਨ ਸਵਾਰਨ ਦਾ ਅਰਥ ਇਉਂ ਵੀ ਲਾਉਂਦੇ ਹਨ ਕਿ ਧਰਮ ਰਾਏ ਉਹਨਾਂ ਨੂੰ ਆਖਦਾ ਹੈ ਕਿ ਧਨ ਹੈ ਤੁਹਾਨੂੰ ਸਵਾਰਨੇ ਵਾਲਾ ਗੁਰੂ। ਆਤਮ ਰਾਮ ਦਾ ਭਾਵ ਹੈ ਆਪਣਾ ਆਪ। ਇੱਥੇ ਪਹਿਲਾ ਕਦਮ ਦੱਸਿਆ ਹੈ, ਆਤਮ ਰਾਮ ਪਛਾਣਿਆ, ਆਪਣਾ ਆਪ ਪਛਾਣਨਾ। ਦੂਸਰਾ ਦੱਸਿਆ ਹੈ ਨਾਮ ਸਮਾਨ, ਭਾਵ ਨਾਮੀ ਅਰਥਾਤ ਪ੍ਰਮਾਤਮਾ ਵਿੱਚ ਸਮਾ ਜਾਣਾ। ਪਰ ਇਉਂ ਵੀ ਕਰਦੇ ਹਨ, ਆਤਮਾ ਨੂੰ ਜਾਂ ਆਤਮਾ ਵਿੱਚ ਰਮ ਰਹੇ ਰਾਮ ਨੂੰ ਪਛਾਣ ਲੈਂਦਾ ਹੈ, ਅਥਵਾ ਆਤਮਾ ਭਾਵ ਆਪੇ ਨੂੰ ਰਾਮ ਕਰ ਸਿਆਣ ਲੈਂਦਾ ਹੈ। ਦੀਵਾਨ ਦਾ ਭਾਵ ਹੈ ਫਾਰਸੀ ਵਿੱਚ ਦੀਵਾਨ ਹੈ, ਸ਼ੁਦਾਈ। ਕਥਨੀ ਬਦਨੀ ਭਾਵ ਮੂੰਹ ਦੀ ਕਥਨੀ। ਜਿਉ ਬੁਲਾਏ ਤੁਕ ਦਾ ਭਾਵ ਇਉਂ ਵੀ ਲੈਂਦੇ ਹਨ ਕਿ ਜਿਵੇਂ ਸਾਥੋਂ ਆਪਣਾ ਨਾਮ ਬੁਲਵਾਏ, ਭਾਵ ਉਚਾਰਨ ਕਰਾਵੇ, ਤਿਵੇਂ ਉਚਾਰਨ ਕਰੀਏ ਤੇ ਜਾਣੀਏ ਕਿ ਉਚਾਰਨ ਕਰਾਉਣੇ ਵਾਲਾ ਉਹ ਆਪ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਜਿਵੇਂ ਫਰਮਾਇਆ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਜਪਜੀ ਸਾਹਿਬ।